मैं ਤੁਹਾਨੂੰ ਅੱਜ ਦੀ ਰਾਈਟਿੰਗ ਦੇ ਵਿੱਚ ਕੀ ਸਮਝਾਉਂਗਾ, ਧਿਆਨ ਨਾਲ ਸੁਣੋ। ਮੈਂ ਤੁਹਾਨੂੰ ਰਾਈਟਿੰਗ ਦੇ ਵਿੱਚ ਕਰਾਉਂਗਾ ਕਿ ਇੱਕ ਟੌਪਿਕ ਨੂੰ ਕਿਵੇਂ ਲਿਖਣਾ, ਨੰਬਰ 1। ਨੰਬਰ 2, ਲਿਖਣਾ ਤਾਂ ਚਲੋ ਜਿਹੇ ਜਿਹਾ ਲਿਖਣਾ, ਮੇਨ ਕਨਸੈਪਟ ਕੀ ਹੈ ਕਿ ਕਿਹੜੀਆਂ ਚੀਜ਼ਾਂ ਦਾ ਧਿਆਨ ਰੱਖੀਏ ਕਿ ਸਾਡਾ ਜਿਹੜਾ ਸਕੋਰ ਹੈ ਉਹ ਬਹੁਤ ਅੱਛਾ ਆਵੇ। ਬਹੁਤ ਅੱਛਾ ਹੋਵੇ ਦਾ ਮਤਲਬ ਕੀ ਹੁੰਦਾ ਹੈਗਾ ਕਿ ਆਪਾਂ ਨੂੰ ਇਹ ਪਤਾ ਹੋਵੇ ਕਿ ਮੈਂ ਕਿਸ ਤਰੀਕੇ ਦਾ ਸਟਰਕਚਰ ਲਿਖਣਾ ਹੈਗਾ, ਕਿਉਂਕਿ ਸਭ ਤੋਂ ਇੰਪੋਰਟੈਂਟ ਹੁੰਦਾ ਸਟਰਕਚਰ। ਜੇ ਕਿਸੇ ਬੰਦੇ ਨੂੰ ਇਹ ਕਲੀਅਰ ਹੈ ਨਾ ਕਿ ਜਦੋਂ ਮੈਂ ਲਿਖਣਾ ਹੈਗਾ, ਮੈਂ ਰਾਈਟਿੰਗ ਕਰਨੀ ਹੈ, ਤਾਂ ਉਹਨੂੰ ਇਹ ਪਤਾ ਹੋਵੇ ਕਿ ਮੈਂ ਬੋਡੀ 1 ਕਿਵੇਂ ਸ਼ੁਰੂ ਕਰਨਾ ਹੈ, ਬੋਡੀ 2 ਕਿਵੇਂ ਸ਼ੁਰੂ ਕਰਨਾ ਹੈ, ਕਨਕਲੂਜ਼ਨ ਕੀ ਕਰਨਾ ਹੈ, ਇੰਟਰੋਡਕਸ਼ਨ ਦੇ ਵਿੱਚ ਕਿਹੜੀਆਂ ਚੀਜ਼ਾਂ ਪਾਉਣੀਆਂ ਨੇ। ਜਦੋਂ ਤੁਹਾਨੂੰ ਇਹ ਸਾਰੇ ਕਨਸੈਪਟ ਕਲੀਅਰ ਹੋ ਜਾਂਦੇ ਨੇ ਨਾ, ਫਿਰ ਪੇਪਰ ਬਹੁਤ ਦੂਰ ਨਹੀਂ ਰਹਿੰਦਾ, ਪੇਪਰ ਨੇੜੇ ਆ ਜਾਣਾ ਹੁੰਦਾ ਹੈ। ਤਾਂ ਸਭ ਤੋਂ ਵਧੀਆ ਤਰੀਕਾ ਮੈਂ ਤੁਹਾਨੂੰ ਦਿਖਾਉਣਾ ਕਿ ਜਦੋਂ ਤੁਹਾਡੇ ਸਾਹਮਣੇ ਸਟੇਟਮੈਂਟ ਆਏਗੀ ਨਾ, ਤਾਂ ਆਪਾਂ ਕਿਹੜੀਆਂ ਚੀਜ਼ਾਂ ਦੇਖਾਂਗੇ। ਤਾਂ ਉਮੀਦ ਕਰੂੰਗਾ ਇਟ ਵੁੱਡ ਬੀ ਅ ਗ੍ਰੇਟ ਐਕਸਪੀਰੀਅੰਸ ਕਿ ਸਾਰੇ ਬੱਚੇ ਬੜਾ ਵਧੀਆ ਸਿੱਖਣਗੇ। ਤਾਂ ਆਓ ਸਟੇਟਮੈਂਟ ਰੀਡ ਕਰਦੇ ਹਾਂ। ਸਟੇਟਮੈਂਟ ਇੰਨੀ ਕੁ ਹੈ, ਕਹਿੰਦੇ ਮੋਰ ਐਂਡ ਮੋਰ ਪੀਪਲ ਆਰ ਫਾਈਂਡਿੰਗ ਇਟ ਇਨਕਰੀਜ਼ਿੰਗਲੀ ਇੰਪੋਰਟੈਂਟ ਟੂ ਵੀਅਰ ਫੈਸ਼ਨੇਬਲ ਕਲੋਥਿਸ। ਬਹੁਤ ਸਾਰੇ ਲੋਕ ਨੇ ਜਿਹੜੇ ਉਹ ਇਹ ਚੀਜ਼ ਲੱਭ ਰਹੇ ਨੇ ਕਿ ਫੈਸ਼ਨੇਬਲ ਕਲੋਥਿਸ ਜਿਹੜਾ ਪਾਉਣਾ ਹੈਗਾ ਉਹ ਸਭ ਤੋਂ ਬੈਸਟ ਐਕਸਪੀਰੀਅੰਸ ਹੈਗਾ ਲੋਕਾਂ ਦੇ ਲਈ। ਇਜ਼ ਦਿਸ ਅ ਪੋਜ਼ਿਟਿਵ ਔਰ ਨੈਗੇਟਿਵ? ਇਹ ਪੋਜ਼ਿਟਿਵ ਹੈ ਜਾਂ ਇਹ ਨੈਗੇਟਿਵ ਹੈਗਾ? ਹੁਣ ਤੁਹਾਡੀ ਚੁਆਇਸ, ਤੁਸੀਂ ਚਾਹੇ ਪੋਜ਼ਿਟਿਵ ਹੋ ਚਾਹੇ ਤੁਸੀਂ ਨੈਗੇਟਿਵ ਹੋ, ਇਟ ਆਲ ਡਿਪੈਂਡਸ ਔਨ ਯੂ। ਮੈਂ ਸਿਖਾਉਣਾ ਕੀ ਚਾਹੁੰਦਾ ਕਿ ਇੰਟਰੋਡਕਸ਼ਨ ਹਮੇਸ਼ਾ 2 ਚੀਜ਼ਾਂ ਨਾਲ ਬਣਦੀ ਹੁੰਦੀ ਹੈ। 2, ਰੀਫਰੇਜ਼ ਪਲੱਸ ਥੀਸਿਸ। ਰੀਫਰੇਜ਼ ਦਾ ਮਤਲਬ ਇਹ ਹੁੰਦਾ ਹੈ ਕਿ ਜਿਹੜੀ ਸਟੇਟਮੈਂਟ ਹੈ ਆ ਮੋਰ ਤੋਂ ਲੈ ਕੇ ਇੱਥੇ ਤੱਕ, ਇਨਕਰੀਜ਼ਿੰਗ ਇੱਥੇ ਤੱਕ, ਇਹ ਸਾਰਾ ਰੀਫਰੇਜ਼ ਹੈ। ਯੈਲੋ ਕਲਰ ਹੈ ਜਿਹੜਾ, ਇਜ਼ ਇਟ ਅ ਪੋਜ਼ਿਟਿਵ ਔਰ ਨੈਗੇਟਿਵ? ਇਹ ਥੀਸਿਸ ਹੈ। ਹੁਣ ਕਹਿਣ ਦਾ ਮਤਲਬ ਦੇਖੋ, ਰੀਫਰੇਜ਼ ਦਾ ਮਤਲਬ ਜੋ ਰੈੱਡ ਕਲਰ 'ਚ ਦਿੱਤਾ ਹੋਇਆ ਪੁੱਤ, ਇਹਨੂੰ ਚੇਂਜ ਕਰਕੇ ਲਿਖਣਾ ਸਿਨੋਨਿਮ ਨਾਲ। ਮੈਂ ਲਿਖਿਆ the trend of wearing fashionable clothes are increasing ਜਾਂ are raising day by day। ਜਿਹੜਾ ਟ੍ਰੈਂਡ ਹੈ ਨਾ ਵੀਅਰ ਕਰਨ ਦਾ ਫੈਸ਼ਨੇਬਲ ਕਲੋਥਿਸ ਨੂੰ ਨਾ, ਉਹ ਰੇਜ਼ ਹੋ ਰਿਹਾ, ਦਿਨੋਂ ਦਿਨ ਵੱਧ ਰਿਹਾ ਹੈਗਾ। ਮੋਸਟ ਆਫ ਦਾ ਪੀਪਲ ਆਰ ਫੈਸ਼ਨ ਕੌਨਸ਼ੀਅਸ। ਬਹੁਤ ਸਾਰੇ ਲੋਕ ਫੈਸ਼ਨ ਕੌਨਸ਼ੀਅਸ ਨੇਗੇ, ਉਹ ਕਿਉਂਕਿ ਉਹਨਾਂ ਨੂੰ ਇਹ ਹੁੰਦਾ ਹੈ ਵੀ ਕਿਹੜੀ ਚੀਜ਼ ਆਪਣੀ ਕਿਹਦੇ ਨਾਲ ਕੀ ਪਾਣਾ, ਕਿਹਦੇ ਨਾਲ ਕੀ ਪਾਣਾ, ਉਹਨੂੰ ਮਤਲਬ ਕੱਲਾ ਕਨਸੈਪਟ ਕਲੀਅਰ ਹੁੰਦਾ ਹੈ। ਹਾਊਐਵਰ, ਕੰਟਰਾਡਿਕਟ ਕਰਕੇ, ਇਨ ਮਾਈ ਓਪੀਨੀਅਨ, ਮੇਰੇ ਓਪੀਨੀਅਨ ਦੇ ਵਿੱਚ, ਦਿਸ ਐਟੀਟਿਊਡ ਆਫ ਡਰੈਸਿੰਗ ਇਜ਼ ਅ ਨੈਗੇਟਿਵ ਡਿਵੈਲਪਮੈਂਟ। ਕਹਿੰਦਾ ਮੇਰੇ ਅਕੋਰਡਿੰਗ ਤਾਂ ਨਾ ਇਹ ਨੈਗੇਟਿਵ ਹੈਗਾ, ਇਹ ਪੋਜ਼ਿਟਿਵ ਨਹੀਂ ਹੈਗਾ। ਜਿਹੜੇ ਲੋਕ ਫੈਸ਼ਨੇਬਲ ਕਲੋਥਿਸ ਬਹੁਤ ਵੱਡੇ ਲੈਵਲ ਦੇ ਉੱਤੇ ਪਾਉਂਦੇ ਨੇ, ਤਾਂ ਮੈਨੂੰ ਤਾਂ ਇਹ ਨੈਗੇਟਿਵ ਲੱਗਦਾ ਹੈ। ਬੜਿਆਂ ਨੂੰ ਪੋਜ਼ਿਟਿਵ ਲੱਗਦਾ ਹੋਊਗਾ, ਬੜਿਆਂ ਨੂੰ ਨੈਗੇਟਿਵ ਲੱਗਦਾ ਹੋਊਗਾ। ਦੈਟਸ ਯੂਅਰ ਓਨ ਵਿਸ਼, ਤੁਹਾਡੀ ਆਪਣੀ ਵਿਸ਼ ਹੈ। ਕੋਈ ਬੰਦਾ ਹੋਰ ਕੁਝ ਵੀ ਨਹੀਂ, ਕੋਈ ਹੈਲਪ ਨਹੀਂ ਹੈਗੀ ਇਹਦੇ 'ਚ। ਆਪਾਂ ਇੰਟਰੋਡਕਸ਼ਨ ਦਿੱਤੀ, ਇੰਟਰੋਡਕਸ਼ਨ 'ਚ ਡਾਇਰੈਕਟ ਇਹ ਗੱਲ ਕਹਿਤੀ ਕਿ ਇਹ ਕੀ ਆ, ਇਹ ਨੈਗੇਟਿਵ ਐਸਪੈਕਟ ਹੈ। ਤੁਹਾਡੇ 'ਚ ਕੋਈ ਬੰਦਾ ਪੋਜ਼ਿਟਿਵ ਵੀ ਕਹਿ ਸਕਦਾ ਸੀਗਾ, ਕੋਈ ਪੋਜ਼ਿਟਿਵ ਵੀ ਕਹਿ ਸਕਦਾ ਸੀਗਾ ਤੇ ਕੋਈ ਨੈਗੇਟਿਵ ਕਹਿਤਾ, ਆਪਣੀ ਮਰਜ਼ੀ ਨਾਲ। ਹੁਣ ਇੰਟਰੋਡਕਸ਼ਨ ਤਾਂ ਲਿਖਤੀ ਮੈਨੇ, ਆਪਾਂ ਕੀ ਕਰਾਂਗੇ, ਬੋਡੀ 1 ਤੇ ਬੋਡੀ 2 ਦੋਨੇ ਪੈਰੇ ਜਾਂ ਪੋਜ਼ਿਟਿਵ ਦੇ ਬਣਾ ਸਕਦੇ ਆ ਜਾਂ ਨੈਗੇਟਿਵ ਦੇ। ਹੁਣ ਮੈਂ ਕੀ ਕਹਤਾ, ਨੈਗੇਟਿਵ ਹੈ ਤਾਂ ਦੋਨੇ ਪੈਰਾਗ੍ਰਾਫ ਦੇ ਵਿੱਚ ਮੈਂ ਨੈਗੇਟਿਵ ਐਸਪੈਕਟ ਨੂੰ ਇਸ਼ੂ ਕਰੂੰਗਾ। ਦੇਖੋ ਕਿਵੇਂ ਕਰਦਾ, ਤੁਸੀਂ ਮੇਰੇ ਤੋਂ ਸਿੱਖਣਾ ਪਤਾ ਕੀ ਹੈ ਕਿ ਚਾਹੇ ਤੁਸੀਂ ਪੋਜ਼ਿਟਿਵ ਜਾ ਰਹੇ ਹੋ ਚਾਹੇ ਨੈਗੇਟਿਵ, ਸਰ ਬੋਡੀ ਪੈਰਾਗ੍ਰਾਫ ਨੂੰ ਸ਼ੁਰੂ ਕਿਵੇਂ ਕਰਨਾ ਹੈ, ਵਿੱਚ ਉਹਦੇ ਕਿਹੜੇ ਕਨੈਕਟਰਸ ਯੂਜ਼ ਕਰਨੇ ਨੇ, ਕਿਵੇਂ ਐਕਸਪਲੇਨ ਕਰਨਾ ਹੈ, ਕਿਵੇਂ ਐਗਜ਼ਾਮਪਲ ਦੇਣੀ ਹੈ, ਕਿਵੇਂ ਰਿਜ਼ਲਟ ਕੱਢਣਾ ਹੈ, ਆਈ ਤਾਂ ਚੀਜ਼ਾਂ ਸਿੱਖਣ ਵਾਲੀਆਂ ਨੇ, ਆਈ ਤਾਂ ਕਨਸੈਪਟ ਨੇ ਉਹ ਸਿੱਖਣ ਵਾਲੇ। ਤਾਂ ਆਓ ਆਪਾਂ ਸ਼ੁਰੂ ਕਰਦੇ ਹਾਂ, ਦੇਖਦੇ ਹਾਂ ਮੈਂ ਕਿਵੇਂ ਚੀਜ਼ਾਂ ਕਰੂੰ। ਮੈਂ ਨੈਗੇਟਿਵ ਕਹਤਾ ਤਾਂ ਸਭ ਤੋਂ ਪਹਿਲਾਂ ਮੈਨੇ ਮੇਨ ਪੁਆਇੰਟ ਦੇਣਾ ਹੈ। ਸ਼ੁਰੂ ਕਰਨ ਦੇ ਲਈ ਮੈਨੇ ਲਿਖਤਾ 2 comments with the views। ਮੈਂ ਆਪਣੇ ਵਿਊਜ਼ ਨੂੰ ਸ਼ੁਰੂ ਕਰਦਾ। ਹਾਊ ਇਟ ਇਜ਼ ਦ ਨੈਗੇਟਿਵ ਡਿਵੈਲਪਮੈਂਟ, ਮੈਂ ਦੱਸੂਗਾ ਵੀ ਨੈਗੇਟਿਵ ਡਿਵੈਲਪਮੈਂਟ ਕਿਵੇਂ ਹੈ। ਐਜ਼ ਇਟ ਪੁੱਟ ਪ੍ਰੈਸ਼ਰ ਔਨ ਪੀਪਲਸ ਪੋਕਟ, ਤਾਂ ਇਹ ਪ੍ਰੈਸ਼ਰ ਪਾਉਂਦੀ ਹੈ ਲੋਕਾਂ ਦੇ ਪੋਕਟ ਦੇ ਉੱਤੇ। ਕਹਿਣ ਦਾ ਮਤਲਬ ਦੇਖੋ ਯਾਰ, ਜੇ ਕੋਈ ਵੀ ਬੰਦਾ ਫੈਸ਼ਨੇਬਲ ਕਲੋਥਿਸ ਪਾਏਗਾ ਤਾਂ ਮੇਰਾ ਮੇਨ ਪੁਆਇੰਟ ਇਹ ਹੈ ਵੀ ਇਹ ਨੈਗੇਟਿਵ ਪਤਾ ਕਿਉਂ ਹੈ, ਕਿਉਂਕਿ ਇਹ ਲੋਕਾਂ ਦੀ ਜੇਬ ਦੇ ਉੱਤੇ ਪ੍ਰੈਸ਼ਰ ਪਊ। ਸਮਝ ਰਹੇ ਹੋ, ਜੇਬ ਦੇ ਉੱਤੇ ਪ੍ਰੈਸ਼ਰ ਕਿਵੇਂ ਪਊਗਾ? ਜਿਹੜੇ ਕੱਪੜੇ H&M ਦੇ ਪਾਉਣੇ ਨੇ ਨਾ, ਜਾਂ ਜਿਹਨੇ ਐਡੀਡਾਸ ਦੇ ਬੂਟ ਪਾਉਣੇ ਨੇ ਨਾ,
ਜਦ ਜਿਵੇਂ ਔਰ ਮੈਨੂੰ ਬੜਾ ਚਾਅ ਹੈ, ਸਰਦੀਆਂ ਆ ਰਹੀਆਂ ਨੇ, ਇੰਨੀਆਂ ਸੋਹਣੀਆਂ ਸੋਹਣੀਆਂ ਵੀਡੀਓਜ਼ ਬਣਾਇਆ ਕਰੂੰਗਾ ਨਾ ਪਾ ਜੈਕਟਾਂ, ਬਾਏ ਗੋਡ ਇੰਨਾ ਚਾਅ ਹੈ ਨਾ, ਗਰਮੀ 'ਚ ਤਾਂ ਕੁਝ ਪੈਂਦਾ ਹੀ ਨਹੀਂ ਹੈਗਾ। ਤਾਂ ਕਹਿਣ ਦਾ ਮਤਲਬ ਕੀ ਹੈਗਾ ਕਿ ਫੈਸ਼ਨੇਬਲ ਕਲੋਥੀਜ਼ ਪਾਉਣ ਦਾ ਮੈਂ ਕਹਤਾ ਬਾਬਾ ਜੀ ਨੁਕਸਾਨ ਹੈ। ਉਹ ਕਹਿੰਦੇ ਨੁਕਸਾਨ ਕਿਵੇਂ ਹੈ? ਕਹਿੰਦਾ ਮੈਂ ਕਿਹਾ ਨੁਕਸਾਨ ਤਾਂ ਹੈ ਜੀ ਕਿਉਂਕਿ ਇਹਦਾ ਪਾਕਟ ਤੇ ਬਹੁਤ ਭਾਰ ਪੈਂਦਾ ਹੈ। ਪਾਕਟ ਤੇ ਭਾਰ ਪੈਣ ਦਾ ਮਤਲਬ ਆਮਦਨੀ 98 ਤੇ ਖਰਚਾ ਰੁਪਈਆ। ਕਿਸੇ ਦੂਜੇ ਨੂੰ ਦੇਖ ਕੇ ਆਪਾਂ ਕੱਪੜੇ ਲਿਆਈਏ ਵੀ ਹਾਏ ਉਹ ਤਾਂ ਇੰਨਾ ਸੋਨਾ ਲੱਗਦਾ ਕੱਪੜਿਆਂ ਦੇ ਵਿੱਚ, ਉਹ ਤਾਂ ਇੰਨਾ ਸੋਨਾ ਹੈ ਨਾ, ਫਿਰ ਆਪਾਂ ਜ਼ਿਆਦਾ ਸੋਨਾ ਕਰਦੇ ਹੋਏ ਸੋਨਾ ਕਿਤਨਾ ਸੋਨਾ ਹੈ, ਤਾਂ ਆਪਾਂ ਆਪਦੀ ਜੇਬ ਦੇ ਉੱਤੇ ਆਪਾਂ ਭਾਰ ਪਾ ਲੈਣੇ ਆ। ਹੁਣ ਜੇਬ ਤੇ ਭਾਰ ਪਾਉਣ ਦਾ ਮਤਲਬ ਪਤਾ ਕੀ ਹੁੰਦਾ ਹੈ? ਇਹਨੂੰ ਮੈਂ ਐਕਸਪਲੇਨ ਕਰਦਾ ਇਸ ਗੱਲ ਨੂੰ। ਸ਼ੁਰੂ ਕਾਹਦੇ ਨਾਲ ਕਰਿਆ ਪੁੱਤ? ਟੂ ਕਮੈਂਸ ਵਿਦ ਦਾ ਵਿਊਜ਼। ਇਹ ਸਭ ਤੋਂ ਵਧੀਆ ਹੈ। ਟੂ ਕਮੈਂਸ ਵਿਦ ਦੇ ਵਿਊਜ਼ ਤੋਂ ਸ਼ੁਰੂ ਕਰੋ। ਮੈਂ ਕਿਹਾ ਪੀਪਲ ਪਾਕਟ ਤੇ ਪ੍ਰੈਸ਼ਰ ਪੈ ਰਿਹਾ ਹੈਗਾ। ਐਕਸਪਲੇਨ ਕਰਨ ਦੇ ਲਈ ਮੈਂ ਲਿਖਤਾ ਟੂ ਇਲੈਬੋਰੇਟ ਇਟ। ਹੁਣ ਇਹਨੂੰ ਮੈਂ ਇਲੈਬੋਰੇਟ ਕਰਦਾ। ਇੰਡੀਵਿਜੂਅਲ ਫੋਲੋ देयर ਇੰਸਪੀਰੇਸ਼ਨ। ਜਿਹੜੇ ਇੰਡੀਵਿਜੂਅਲ ਨੇ ਨਾ, ਉਹ ਜਿਹੜੇ ਲੋਕਾਂ ਨੂੰ ਫੋਲੋ ਕਰਦੇ ਨੇ, ਆਪਣੀ ਇੰਸਪੀਰੇਸ਼ਨ ਫੋਲੋ ਕਰਦੇ ਨੇ, ਐਂਡ ਕੀਪ ਆ ਡਿਜ਼ਾਇਰ ਟੂ ਬੀ ਲਾਈਕ ਦੈਮ। ਤੇ ਫਿਰ ਉਹਨਾਂ ਦੇ ਅੰਦਰ ਨਾ ਇੱਕ ਡਿਜ਼ਾਇਰ ਹੁੰਦੀ ਹੈ ਵੀ ਯਾਰ ਜਿਵੇਂ ਦੇ ਉਹ ਨੇ ਨਾ, ਆਪਾਂ ਉਵੇਂ ਦੇ ਹੀ ਬਣਨਾ ਹੈਗਾ। ਬਟ ਫੋਲੋਇੰਗ ਟ੍ਰੈਂਡੀ ਫੈਸ਼ਨ ਨੀਡਸ ਅ ਲੋਟ ਆਫ ਮਨੀ। ਹੁਣ ਜੇ ਉਹਨਾਂ ਵਰਗੇ ਬਣਨਾ ਨਾ ਤਾਂ ਗੀਜੇ ਦੇ ਵਿੱਚ ਪੈਸੇ ਵੀ ਹੋਣੇ ਚਾਹੀਦੇ ਨੇ। ਟੂ ਬੀ ਇਨਵੈਸਟਡ consequently who cannot afford such a luxury might either financially overburden themselves। ਕਈ ਲੋਕ ਐਵੇਂ ਦੇ ਨੇ ਜਿਹੜੇ ਕਹਿੰਦੇ ਨੇ ਆਪਦੇ ਸੁਪਰਸਟਾਰ ਨੂੰ ਫੋਲੋ ਕਰਨਾ ਹੈ, ਉਹਦੇ ਵਰਗੇ ਕੱਪੜੇ ਪਾਉਣੇ ਨੇ। ਹੁਣ ਕੱਪੜੇ ਪਾਉਣ ਦੇ ਲਈ ਨਾ, ਜਿਹੜੇ ਲੋਕ ਫੈਸ਼ਨੇਬਲ ਬ੍ਰਾਂਡਡ ਕੱਪੜੇ ਪਾਉਣ ਦੇ ਲਈ, ਕੱਪੜੇ ਖਰੀਦਣ ਦੇ ਲਈ, ਤਾਂ ਸਾਰਿਆਂ ਨੂੰ ਇਹ ਵੀ ਕਨਸੈਪਟ ਕਲੀਅਰ ਹੈ ਕਿ ਪੈਸੇ ਲੱਗਣਗੇ। ਤੇ ਜੇ ਪੈਸੇ ਲੱਗਣਗੇ ਤਾਂ ਪਾਕਟ ਤੇ ਭਾਰ ਆਏਗਾ ਹੀ ਆਏਗਾ। ਜੇ ਤਾਂ ਕੋਈ ਬੰਦਾ ਬਿਜ਼ਨਸ ਕਰਦਾ ਹੈ ਉਹ ਤਾਂ ਜਿੰਨੇ ਮਰਜ਼ੀ ਕੱਪੜੇ ਪਾਵੇ, ਪਰ ਜਿਹੜੇ ਵਿਚਾਰੇ ਦੀ ਮੇਰੇ ਵਾਂਗੂ ਆਈ ਚਲਾਈ ਹੈ, ਬੜੇ ਦੰਦ ਕੱਢਦਾ ਆ ਗੱਲ ਤੇ। ਕਹਿਣ ਦਾ ਮਤਲਬ ਇਹ ਹੈ ਵੀ ਉਹਨੂੰ ਹਿਸਾਬ ਸਿਰ ਨਾਲੇ ਕੱਪੜੇ ਲੈਣੇ ਚਾਹੀਦੇ ਨੇ, ਉਹਨਾਂ ਦੀ ਜੇਬ ਤੇ ਭਾਰ ਪੈ ਜਾਊਗਾ। ਤਾਂ ਮੇਨ ਆਪਣਾ ਕਨਸੈਪਟ ਹੋ ਗਿਆ ਕਿ ਲੋਕ ਆਪਣੇ ਜਿਹੜੇ ਕਈ ਹੁੰਦੇ ਨਾ, ਆਪਾਂ ਕਹਿੰਦੇ ਆ ਜਿਵੇਂ ਮੈਂ ਸੋਨੀ ਨੂੰ ਪੁੱਛਿਆ ਵੀ ਤੈਨੂੰ ਕੌਣ ਪਸੰਦ ਹੈ, ਕਹਿੰਦਾ ਅਨੁਸ਼ਕਾ ਸ਼ਰਮਾ। ਅੱਛਾ ਬੋਲੀ, ਵਾਓ, ਮੁੱਕਰ ਗਿਆ। ਇਹਨੇ ਕਿਸੇ ਨੂੰ ਦੇਖ ਲਿਆ ਤਾਂ ਮੁੱਕਰ ਗਿਆ। ਇਹਦਾ ਮੇਨ ਕਨਸੈਪਟ ਕੀ ਹੈ ਕਿ ਜਿਹੜੇ ਆਪਾਂ ਆਪਣੇ ਐਕਟਰ ਐਕਟਰੈਸ ਨੂੰ ਫੋਲੋ ਕਰਦੇ, ਕਈ ਵਾਰ ਐ ਹੁੰਦਾ ਨਾ ਯਾਰ ਉਹਦੇ ਵਰਗੀ ਜੈਕਟ ਪਾਉਣੀ ਹੈ, ਉਹਨੇ ਪਾਈ ਸੀ, ਉਹ ਵੀਡੀਓ 'ਚ ਪਾਈ ਸੀ। ਫਿਰ ਧਰਮਿੰਦਰ ਬਾਈ ਲੋਕ ਕੀ ਕਰਦੇ ਨੇ, ਫਿਰ ਆਪਦੇ ਜਿਹੜੇ ਬੰਦੇ ਨੂੰ ਫੋਲੋ ਕਰਦੇ ਨੇ ਉਹਦੇ ਵਰਗੇ ਕੱਪੜੇ ਪਾਉਣੇ ਚਾਹੁੰਦੇ ਨੇ। ਫਿਰ ਉਹ ਕੱਪੜੇ ਮਹਿੰਗੇ ਹੁੰਦੇ ਨੇਗੇ, ਤਾਂ ਫਿਰ ਡੈਫੀਨੇਟਲੀ ਫੈਸ਼ਨ ਨੂੰ ਫੋਲੋ ਕਰਨਾ ਇੱਕ ਬਰਡਨ ਹੈ। ਐਗਜ਼ਾਮਪਲ ਦੇਣਾ, ਫॉर ਐਗਜ਼ਾਮਪਲ a headline was published by the Moscow Time। Moscow Time ਨੇ ਇੱਕ ਹੈਡਲਾਈਨ ਹੈ ਜਿਹੜੀ ਉਹ ਪਬਲਿਸ਼ ਕੀਤੀ। ਕੀ ਕੀਤਾ? revealed that adults utilize their 50% of salary on trendy clothes। ਜਿਹੜੇ ਅਡਲਟਸ ਨੇ ਨਾ, ਜਿਹੜੇ ਨੌਜਵਾਨ ਨੇ ਨਾ, ਉਹ ਲਗਭਗ 50% ਆਪਦੀ ਕਮਾਈ 50% ਆਪਦੀ ਕਮਾਈ ਟ੍ਰੈਂਡੀ ਕੱਪੜਿਆਂ ਤੇ ਲਾ ਲੈਂਦੇ ਨੇ। ਇੱਕ ਵੱਡੀ ਐਗਜ਼ਾਮਪਲ ਹੈ, ਮੈਂ ਜਦੋਂ ਵੀ ਕਈ ਵਾਰ ਨਾ ਮੈਂ ਕੱਪੜੇ ਲੈਣ ਜਾਵਾਂ, ਚੰਡੀਗੜ੍ਹ ਬੜੇ ਮਸ਼ਹੂਰ ਨੇ ਜੇਬੀ ਰਿਟੇਲਰਸ, ਬੜੇ ਫੇਮਸ ਨੇ ਇਹ। ਜੇਬੀ ਜੇ ਕੋਈ ਕਰੇ ਸਰਚ, ਮਹਿੰਗੇ ਬਹੁਤ ਹੁੰਦੇ ਆ ਪਰ ਬਹੁਤ ਬੈਸਟ ਹੁੰਦੇ ਆ। ਤਾਂ ਡੈਫੀਨੇਟਲੀ ਜਿਹੜੇ ਨੌਜਵਾਨ ਨੇ ਉਹ ਆਪਦੀ ਕਮਾਈ ਦਾ ਬਹੁਤ ਵੱਡਾ ਹਿੱਸਾ, ਅੱਧਾ ਹਿੱਸਾ ਟ੍ਰੈਂਡੀ ਕਲੋਥੀਜ਼ ਤੇ ਲਾ ਦਿੰਦੇ ਨੇ। ਇਹਦਾ ਰਿਜ਼ਲਟ ਕੀ ਨਿਕਲੂਗਾ? ਮੈਨੂੰ ਤੇ ਲੱਗਦਾ ਉਹਨਾਂ ਦੇ ਵਜਨ ਪੈ ਜਾਊ ਦਿਮਾਗ ਤੇ। ਰਿਜ਼ਲਟ ਦੇ ਲਈ ਲਾਇਆ ਪੀਪਲ ਫਾਈਂਡ ਇਟ ਨੈਸੈਸਰੀ ਟੂ ਵੀਅਰ ਫੈਸ਼ਨੇਬਲ ਆਊਟਫਿਟ ਜਸਟ ਟੂ ਸ਼ੋ ਆਫ। ਇਹ ਵੀ ਗੱਲ ਪੱਕੀ ਹੈ, ਲੋਕ ਕੱਪੜੇ ਲੈਂਦੇ ਕਾਹਦੇ ਲਈ ਨੇ? ਸ਼ੋ ਆਫ ਦੇ ਲਈ ਲੈਂਦੇ ਨੇ। ਜਦੋਂ ਲੋਕਡਾਊਨ ਸੀਗਾ
ਉਦੋਂ ਲੋਅਰ ਟੀ-ਸ਼ਰਟਾਂ 'ਚ ਕੱਢਤਾ ਸਾਰਾ ਲੋਕਡਾਊਨ। ਮੰਨਦੇ ਹੋ ਇਹ ਗੱਲ? ਤਾਂ ਕਹਿਣ ਦਾ ਮਤਲਬ ਇਹ ਹੈ ਕਿ ਪੀਪਲ ਸ਼ੋਅ ਆਫ ਕਰਨ ਦੇ ਲਈ, ਇਹ ਕੀ ਹੋ ਗਿਆ? ਵਾਟ ਇਜ਼ ਦਿਸ? ਅੱਛਾ, ਤੁਹਾਡੇ ਤੇ ਪਰਛਾਵਾਂ ਪੈ ਰਿਹਾ ਉਹਦਾ। ਮੈਂ ਕਿਹਾ ਕੋਈ ਐਵੇਂ ਦਾ ਜਵਾਕ ਜਿਹੜਾ ਅੱਖਾਂ ਦੇ ਪੱਟੀ ਬੰਨ ਕੇ ਕਲਾਸ ਲਾ ਰਿਹਾ ਹੈ। ਮੈਂ ਸ਼ਿਟ ਮੈਨ ਅੱਜ ਕਹਿੰਦੇ ਫੋਨ ਨਾ ਮਾय गॉड। ਅੱਛਾ ਕੁਛ ਲੱਗਿਆ ਹੋਇਆ ਮੈਨੂੰ ਲੱਗਦਾ। ਮੈਂ ਕਿਹਾ ਵੀ ਕਿਹੜਾ ਜਵਾਕ ਹੈ ਜਿਹੜਾ ਪੱਟੀ ਬੰਨ ਕੇ ਮੇਰੀ ਕਲਾਸ ਲਾ ਰਿਹਾ ਵੀ। ਅੱਜ ਤੁਹਾਨੂੰ ਮੇਰੇ ਕੋਲ ਅਕੈਡਮੀ ਕੋਈ ਬੰਦਾ ਆਇਆ ਵੀ ਕਿਵੇਂ ਦਾ ਕੋਰਸ ਕਰਾਵਾਂਗੇ, ਬੱਚਾ ਨਾ ਅੱਖਾਂ ਬੰਨ ਕੇ ਵੀ ਪੜ੍ਹ ਸਕਦਾ ਹੈ, ਅੱਖਾਂ ਬੰਨ ਕੇ ਵੀ ਮਤਲਬ ਰੰਗ ਰੁੰਗ ਦੇਖ ਸਕਦਾ, ਸਾਰਾ ਕੁਛ। ਮੇਰੇ ਮਨ 'ਚ ਸਵਾਲ ਹੋਇਆ, ਮੈਂ ਕਿਹਾ ਵੀ ਜਿਹਦੇ ਕੋਲ 2 ਹੀ ਅੱਖਾਂ ਨੇ ਉਹਨੂੰ ਬੰਨਣ ਦੀ ਕੀ ਲੋੜ ਹੈ? ਮੈਨੂੰ ਆਹ ਗੱਲ ਦਾ ਜਵਾਬ ਦੇ ਯਾਰ। ਚੰਗਾ ਭਲਾ ਦਿਖਦਾ ਹੋਵੇ, ਹੋਰ ਜ਼ਿੰਦਗੀ ਉਲਝਾਉਣੀ ਕਿਉਂ ਹੈ? ਤਾਂ ਵਧੀਆ ਸੁੱਖ ਸ਼ਾਂਤੀ ਨਾਲ ਹੈ। ਜਿਹੜੇ ਬੰਦੇ ਫੈਸ਼ਨ ਵਾਲੇ ਕੱਪੜੇ ਪਾਉਂਦੇ ਨੇ ਬਾਈ ਜੀ, ਉਹਨਾਂ ਦੀ ਜੇਬ ਤੇ ਭਾਰ ਪੈਂਦਾ ਹੈ, ਗੱਲ ਖਤਮ। ਜਿਆਦੇ ਸੋਨਾ ਬਣਨ ਦੇ ਚੱਕਰ ਦੇ ਵਿੱਚ ਨਾ, ਜਿਹੜਾ ਆਹ ਸੋਨਾ ਹੈ ਨਾ, ਆਹ ਸੋਨਾ, ਤਾਂ ਬੰਦਾ ਆਪਣੇ ਪਾਕਟ ਮਨੀ ਖਰਾਬ ਕਰ ਦਿੰਦਾ ਹੈ। ਤਾਂ ਕੱਪੜਿਆਂ ਦੇ ਤਾਂ ਪੈਸੇ ਖਰਾਬ ਨਹੀਂ ਕਰਨੇ ਚਾਹੀਦੇ, ਪਰ ਕਹਿ ਕੌਣ ਰਿਹਾ ਇਹ ਤੁਸੀਂ ਸੋਚ ਸਕਦੇ ਹੋ, ਪਰ ਤੁਸੀਂ ਮੇਰੀ ਗੱਲ ਮੰਨ ਲਿਓ। ਆਓ ਆਪਾਂ ਬੋਡੀ ਪੈਰਾਗ੍ਰਾਫ 2 ਦੇਖਦੇ ਹਾਂ ਵੀ ਕਿਉਂ ਨਹੀਂ ਫੈਸ਼ਨੇਬਲ ਕੱਪੜਿਆਂ ਦੇ ਪੈਸੇ ਲਾਉਣੇ ਹੈਗੇ। ਮੈਨੂੰ ਇਹ ਲੱਗਦਾ ਤੁਹਾਨੂੰ ਇੱਕ ਤਾਂ ਮੈਂ ਕਾਰਨ ਦੱਸਦਾ ਵੀ ਪੈਸੇ ਜ਼ਿਆਦਾ ਲੱਗਦੇ ਆ। ਕੋਈ ਬੰਦਾ ਹੋਰ ਕਾਰਨ ਦੱਸ ਸਕਦਾ ਵੀ ਆਪਾਂ ਨੂੰ ਕਿਉਂ ਨਹੀਂ ਲਾਉਣੇ ਚਾਹੀਦੇ, ਮਤਲਬ ਕਿਉਂ ਨਹੀਂ ਫੈਸ਼ਨੇਬਲ ਕੱਪੜੇ ਪਾਉਣੇ ਚਾਹੀਦੇ? ਹੋਰ ਕੀ ਕਾਰਨ ਹੈ? ਤਪਸ਼, ਹਾਂਜੀ ਬ੍ਰਦਰ। हेलो। हाँ जी ब्रदर। हाँ सर, मैं खुद वर्किंग हूँ फैशन इंडस्ट्री में। क्या सर? मैं खुद वर्किंग हूँ सर फैशन इंडस्ट्री में। क्या बात है जी, वेरी गुड। अच्छा, मैं जैक एंड जोन्स में मैंने खुद काम करा हुआ अभी। और मेरे क्योंकि हमारा तो खुद जैक एंड जोन्स में तो हमें तो खुद शॉपिंग वहीं से मिलती है साल की। बट ये है कि अगर आपके पास पैसे है तो आप खरीदोगे, बट आपके पास नहीं तो हम नहीं खरीदोगे। बट उसका एक सेपरेट रीजन ये है कि आपने क्या पूछा था, बताएंगे दोबारा? आपने क्या पूछा था? जो फैशनेबल क्लोथीज हैं हाँ जी, वो डालते हैं लोग आजकल, बहुत डाल रहे हैं ना, तो हाँ हाँ उसका हाँ, एक तो मैंने नेगेटिव ये बता दिया कि लोगों कि की पॉकेट है, पॉकेट के ऊपर बहुत पॉकेट प्रभाव के है बड़ा ना। बिल्कुल। और क्या है कि जो फैशनेबल क्लोथीज डालते हैं तो उसका क्या नेगेटिव और इम्पैक्ट क्या पड़ सकता है? एक तो आप फर्स्ट कॉपी प्रेफर करते हैं लोग, कस्टमर ज्यादातर। एग्जैक्ट। जैसे अब आपने जेबी का बताया, जेबी का नाम मैंने सुना नहीं, बट अब मुझे नहीं पता जेबी कौन है चंडीगढ़ में, क्योंकि जितनों को मैं जानता हूँ क्लब 21 है, ऐसे ही है फर्स्ट कॉपी वाले। एक कस्टमर के माइंड में ये सेटअप भी है कि शोरूम के अंदर जाना है तो मतलब 5-6 हजार की डेनिम होगी, ऐसा कुछ नहीं है। इवन हम भी शॉपिंग करते हैं, इवन हम भी बाय कर रहे हैं। तो मेरे अकॉर्डिंग हर एक कस्टमर को हर एक जगह जाना चाहिए। इवन मैं सेक्टर 22 में भी जाता हूँ शॉपिंग करने। मैं सर संडे, मैं संडे मार्केट साडे पटियाले लगदी है, उत्थे कपड़े तो हाँ हाँ, मिलदे सर, मैं उत्थे भी जाना। एक आपके पटियाले बस स्टॉप के बैक साइड एक चाइनीज मार्केट भी लगती है, इस साल शायद लगी नहीं अभी। चल सोनी इवन सारे कपड़े उत्थों दबा के लियाउणे ने, ठीक है। नहीं वहां से विंटर वेयर बहुत अच्छा मिलता है सर उनका। सर देखी चलो, इन्हू मैं तोल के एक पासे सोनी नू मैं कंटे ते बिठा देना, दूजे पासे ਇਹਦੇ ਕੱਪੜੇ ਤੋਲ ਦੇਣੇ ਨੇ, ਜਿੰਨੇ ਜੇ ਤੁਲ ਗਿਆ ਬਸ ਉਹਨੇ ਲੁਧਿਆਣੇ ਜਾ ਕੇ ਆਵਾਂਗੇ ਆਪਾਂ, ਚਿੰਤਾ ਨਾ ਕਰ। ਮੈਨੂੰ ਇਹ ਲੱਗਦਾ ਹੈ ਵੀ ਜਿਹੜੇ ਫੈਸ਼ਨੇਬਲ ਕਲੋਥੀਜ਼ ਜਿਹੜੇ ਲੋਕ ਪਾਉਂਦੇ ਨੇ ਨਾ, ਤਾਂ ਆਪਣੇ ਕਲਚਰਲ ਕੱਪੜਿਆਂ ਦੀ ਵੈਲਿਊ ਖਤਮ ਹੋ ਚੁੱਕੀ ਹੈ। ਮੰਨਦੇ ਹੋ ਗੱਲ? ਦੂਜਾ ਨੈਗੇਟਿਵ ਇਹ ਪੈ ਸਕਦਾ ਹੈ ਵੀ ਉਹਨੇ ਵੀ ਲਾ ਤੇ ਮੈਨੂੰ ਸ਼ਰਾਰਾ ਪਤਾ ਨਹੀਂ ਕੀ ਹੈ ਨਾ, ਹੱਸਦਾ ਮੇਰੇ ਨਾਲ। ਉਹ ਹੈ ਗਾਣਾ ਇੱਕ ਪਤਾ ਨਹੀਂ ਹੈ ਨਾ, ਸ਼ਰਾਰਾ ਲੈ ਦੇ ਮੈਨੂੰ ਇੰਨੇ ਪੈਸੇ ਵੇ ਤੂੰ ਕਿੱਥੇ ਲੈ ਕੇ ਜਾਣੇ ਆ ਵਾਪਸ, ਠੀਕ ਹੈ। ਤਾਂ ਕਹਿਣ ਦਾ ਮਤਲਬ ਇਹ ਹੈ, ਮੈਨੂੰ ਇਹ ਲੱਗਦਾ ਵੀ ਬੰਦਾ ਆਪਣੀ ਕਲਚਰਲ ਵੈਲਿਊ ਖਤਮ ਕਰ ਲੂਗਾ ਜੇ ਇਕੱਲੇ ਮਾਡਰਨ ਕੱਪੜੇ ਪਾਈ ਗਿਆ। ਕਲਚਰਲ ਵੈਲਿਊ ਸਮਝਦੇ ਹੋ? ਨਵੀਂ ਕੌਰ ਜੀ, ਗॉट ਇਟ? ਤਾਂ ਕਲਚਰਲ ਵੈਲਿਊ ਦਾ ਮਤਲਬ ਇਹ ਹੈਗਾ ਕਿ ਬੰਦੇ ਨੂੰ ਇਹ ਕਨਸੈਪਟ ਕਲੀਅਰ ਹੋਏਗਾ ਕਿ ਵੀ ਸ਼ੁੱਡ ਫੋਲੋ ਆਰ ਓਨ ਕਲਚਰ, ਆਪਣੇ ਕਲਚਰ ਨੂੰ, ਹੈ ਨਾ। ਤਾਂ ਆਪਾਂ ਕਨਸੈਪਟ ਕਲੀਅਰ ਕਰਦੇ ਹਾਂ। ਆਓ, ਫਰਦਰ ਸਟਰੈਂਥਨਿੰਗ ਦਾ ਵਿਊਜ਼, ਇਹ ਆਪਾਂ ਉਦੋਂ ਲਿਖਦੇ ਹੁੰਦੇ ਆ ਜਦੋਂ ਆਪਣਾ ਬੋਡੀ 1 ਤੇ ਬੋਡੀ 2 ਹੈ ਜਿਹੜਾ ਉਹ ਸੇਮ ਹੋਵੇ। ਹੁਣ ਆਪਾਂ ਆਪਣੇ ਫਰਦਰ ਸਟਰੈਂਥ ਕਰਦੇ ਆਪਣੇ ਵਿਊ ਨੂੰ। ਐਕਸਪੋਜ਼ ਆਫ ਅ ਫੈਸ਼ਨੇਬਲ ਕਲੋਥੀਜ਼ ਮੇ ਕਾਜ਼ ਡੈਮੇਜ ਦਾ ਕਲਚਰਲ ਕਲੋਥੀਜ਼। ਮੰਨਦੇ ਹੋ ਗੱਲ? ਬੜੇ ਲੋਕ ਨੇ ਜਿਹੜੇ ਹੁਣ ਵੀ ਪਹਿਰਾਵਾ ਆਪਣਾ ਪੰਜਾਬੀ ਰੱਖਦੇ ਆ,
ਜਦੋਂ ਮੈਂ ਕੈਨੇਡਾ ਸੀ ਤਾਂ ਉਦੋਂ ਬਹੁਤ ਐਵੇਂ ਦੇ ਲੋਕ ਸੀ ਜਿਹੜੇ ਉੱਥੇ ਕੁੜੀਆਂ ਸੀ ਜਿਹੜੀਆਂ ਸੂਟ ਮੰਗਦੀਆਂ ਹੁੰਦੀਆਂ ਸੀ ਵੀ ਯਾਰ ਕਿੱਥੋਂ ਲਿਆ ਦੇ ਸੂਟ। ਮਤਲਬ ਮੈਨੂੰ ਨਹੀਂ ਕਿਤੇ ਉਸ ਹਾਏ ਮਾਸਟਰ ਤੂੰ ਸੂਟ ਦਵਾਉਂਦਾ ਫਿਰਦਾ ਸੀ, ਲੋਕਾਂ ਨੂੰ ਮਤਲਬ ਪ੍ਰੈਸ਼ਰ ਇਹ ਸੀਗਾ ਵੀ ਉੱਥੇ ਲੋਕਾਂ 'ਚ ਕਰੇਜ਼ ਸੀਗਾ ਵੀ ਜੇ ਇੰਡੀਆ ਜਾਓਗੇ ਤਾਂ ਕੀ ਲੈ ਕੇ ਆਈਓ ਸੂਟ। ਜਿਹੜੇ ਕੈਨੇਡਾ ਬੈਠੇ ਉਹਨਾਂ ਨੂੰ ਪਤਾ ਹੀ ਆ। ਤਾਂ ਕਨਸੈਪਟ ਇਹ ਕਲੀਅਰ ਹੋ ਗਿਆ ਡੀਅਰ ਵਨ ਕਿ ਆਪਣੇ ਕਲਚਰ ਦੀ ਵੈਲਿਊ ਖਤਮ ਹੋ ਚੁੱਕੀ। ਦੇਖੀਏ ਨੇ ਮੈਂ ਬਾਈਗੋਡ ਮੇਰੇ ਕੋਲ ਬੜੀਆਂ ਸਟੂਡੈਂਟਸ ਆਉਂਦੀਆਂ ਨੇ ਜਿਹੜੇ ਐ ਨਾ ਉਰੋਂ ਫਟਿਆ ਹੋਇਆ, ਇੱਕ ਦਾ ਉਰੋਂ ਫਟਿਆ ਹੋਇਆ। ਮੇਰਾ ਦੋਸਤ ਹੈ ਗੁਰਜੈਜ਼, ਮੇਰੇ ਕੋਲ ਆਇਆ ਪਰਸੋਂ ਚੌਥੇ ਜਦੋਂ ਮੈਂ ਵੀਡੀਓਜ਼ ਪਾਈਆਂ ਸੀਗੀਆਂ, ਉਹਦੀ ਪੈਂਟ ਫਟੀ ਹੋਈ, ਉਹਦਾ ਗੋਡਾ ਆ ਪੂਰਾ। ਮੇਰੀ ਮੰਮੀ ਕਹਿੰਦੀ ਹਾਏ ਵੇ ਤੇਰੇ ਸ਼ੋਅ ਨਹੀਂ ਲੱਗੇ ਕਰੋਨਾ ਕਰਕੇ, ਕਹਿੰਦੀ ਤੂੰ ਤਾਂ ਕੱਪੜੇ ਵੀ ਪਾਟੇ ਪਾਉਣ ਲੱਗ ਗਿਆ, ਰਮਨ ਦੀ ਲੈ ਜਾ ਕਹਿੰਦੀ ਪੈਂਟ। ਤਾਂ ਕਹਿਣ ਦਾ ਮਤਲਬ ਇਹ ਫੈਸ਼ਨੇਬਲ ਕਲੋਥਿਸ ਦਾ ਬੜਾ ਇੰਪੈਕਟ ਹੈ। ਇਹਨੂੰ ਐਕਸਪਲੇਨ ਕਰਦੇ ਹਾਂ ਆਪਾਂ। ਟੂ ਐਕਸਪਲੇਨ ਇਟ, ਫੋਲੋਇੰਗ ਵੈਸਟਰਨ ਫੈਸ਼ਨ ਇਜ਼ conservative societies might result in various social issues, like it can completely replace traditional clothes which have an adverse effect on culture. ਤੁਸੀਂ ਇੱਕ ਚੀਜ਼ ਦੇਖੀ ਆ, ਜਦੋਂ ਜਾਗੋ ਹੋਵੇ ਉਦੋਂ ਬੜਾ ਸੱਭਿਆਚਾਰ ਯਾਦ ਆ ਜਾਂਦਾ ਆਪਣੇ ਵਾਲਿਆਂ ਨੂੰ ਵੀ ਹਾਂ ਅਸੀਂ ਪੰਜਾਬੀਆਂ ਅਸੀਂ ਆਹ ਚੀਜ਼ ਫੋਲੋ ਕਰੀਏ, ਪਰ ਬਾਅਦ ਚੋਂ ਸਾਰੇ ਭੁੱਲ ਜਾਂਦੇ ਆ। ਮੰਨਦੇ ਮੇਰੀ ਗੱਲ? ਤਾਂ ਮੇਰੇ ਕਹਿਣ ਦਾ ਮਤਲਬ ਇਹ ਹੈਗਾ ਕਿ ਕਨਸੈਪਟ ਇਹ ਹੈਗਾ ਕਿ ਜਿਹੜੇ ਲੋਕ ਕੀ ਕਰਦੇ ਆ, ਜਿਹੜੇ ਵੈਸਟਰਨ ਕੱਪੜੇ ਪਾਉਂਦੇ ਆ ਦੈਟਸ ਓਕੇ, ਪਰ ਉਹਦੇ ਨਾਲ ਆਪਣੇ ਕਲਚਰਲ ਵੈਲਿਊ ਹੈ ਜਿਹੜੀ ਉਹ ਖਤਮ ਹੋ ਚੁੱਕੀ। ਇਹਦੀ ਐਗਜ਼ਾਮਪਲ ਦਿੰਦੇ ਆ ਕਿਵੇਂ ਹੋ ਜੂ, ਕੀ ਐਗਜ਼ਾਮਪਲ ਇਹਦੇ ਨਾਲ ਜੁੜੀ। ਫॉर इंस्टेंस, a survey was conducted in Indian government in 2010 found that 83% of people wore traditional outfit merely for fancy dress competition due to influence of western clothes on them. 83% ਲੋਕ ਆਪਣੇ ਕਲਚਰਲ ਕੱਪੜਿਆਂ ਨੂੰ ਉਦੋਂ ਹੀ ਪਾਉਂਦੇ ਨੇ ਜਦੋਂ ਫੈਂਸੀ ਡਰੈਸ ਦਾ ਕੰਪੀਟੀਸ਼ਨ ਹੁੰਦਾ ਹੈਗਾ, ਅਦਰਵਾਈਜ਼ ਉਹਨਾਂ ਨੂੰ ਕੋਈ ਯਾਦ ਨਹੀਂ ਹੈਗਾ। ਜੇ ਕਲਚਰ ਖਤਮ ਹੋ ਗਿਆ ਤਾਂ ਫਿਰ ਸਭ ਕੁਝ ਖਤਮ ਹੈ ਨਾ, ਮੰਨਦੇ ਹੋ ਗੱਲ? ਤੇ ਤੁਹਾਡੇ ਜੋ ਇੱਕ 2 ਫ੍ਰੀ ਐਡਮਿਸ਼ਨਾਂ ਕੱਢੂੰਗਾ ਪ੍ਰੋਮਿਸ, ਆ ਰਾਈਟਿੰਗ ਪੜਾਉਣ ਤੋਂ ਬਾਅਦ 2 ਫ੍ਰੀ ਐਡਮਿਸ਼ਨਸ, 2 ਸਵਾਲ ਪੁੱਛੂੰਗਾ ਛੋਟੇ ਛੋਟੇ, 2 ਫ੍ਰੀ ਐਡਮਿਸ਼ਨ ਜਮੀ ਫ੍ਰੀ। ਡਨ? ਚਲੋ ਇਹਦਾ ਰਿਜ਼ਲਟ ਕੱਢਦੀ ਆਪਾਂ ਇੱਕ ਵਾਰ। ਰਿਜ਼ਲਟ ਕੀ ਨਿਕਲੂਗਾ? ਹੈਂਸ ਫੈਸ਼ਨ ਇੰਡਸਟਰੀ ਹੈਜ਼ ਗ੍ਰੇਟ ਇੰਪੈਕਟ ਔਨ ਕਲਚਰ। ਜਿਹੜੀ ਫੈਸ਼ਨ ਦੀ ਇੰਡਸਟਰੀ ਹੈ ਨਾ ਉਹਦਾ ਬਹੁਤ ਵੱਡਾ ਪ੍ਰਭਾਵ ਪੈਂਦਾ ਹੈਗਾ ਕਲਚਰ ਦੇ ਉੱਤੇ। ਕਨਕਲੂਜਨ ਕੀ ਹੈ? ਇਨ ਕਨਕਲੂਜਨ ਆਪਾਂ ਦੋਨੇ ਗੱਲਾਂ ਦੱਸੀਆਂ ਨੇ। ਫੈਸ਼ਨੇਬਲ ਆਊਟਫਿਟ ਹੁੰਦੇ ਨੇ ਕੱਪੜੇ, ਉਹ ਗਾਣਾ ਸੁਣਿਆ ਨਾ, ਇਹ ਹੱਸਦੇ ਵੀ ਮਾਸਟਰ ਸਾਰੀ ਰਾਈਟਿੰਗ ਨੂੰ ਗਾਣੇ ਵੀ ਆਊਟਫਿਟ ਤੇਰੀ ਮੁਟਿਆਰੇ ਗੁਰੂ ਰੰਧਾਵੇ ਦਾ ਨਾ। ਆਊਟਫਿਟ ਮਤਲਬ ਕੱਪੜੇ। ਤਾਂ ਤੁਹਾਨੂੰ ਮੇਰੀਆਂ ਗੱਲਾਂ ਯਾਦ ਰਿਹਾ ਕਰਨੀਆਂ, ਇੱਕ ਅਧੇ ਸੁਪਨੇ 'ਚ ਵੀ ਆ ਸਕਦੀਆਂ ਨੇ ਇਹ ਗੱਲਾਂ। ਤਾਂ ਰਾਤ ਨੂੰ ਸੁੱਤੇ ਪਏ ਰਾਈਟਿੰਗ ਵੀ ਕਰ ਸਕਦੇ ਹੋ ਤੁਸੀਂ ਬੱਚੋ। ਮੇਰੀ ਮਾਤਾ ਐਡੀ ਕੰਜੂਸ ਹੈ, ਉਹਦੀ ਲੱਤ ਟੁੱਟ ਗਈ ਨਾ, ਉਹ ਤੋਂ ਗਿੱਟਾ ਟੁੱਟ ਗਿਆ, ਤਾਂ ਅਸੀਂ ਉਹਦੇ ਲਈ ਮੈਂ ਗਰਮ ਪੱਟੀਆਂ ਨਹੀਂ ਹੁੰਦੀਆਂ ਜਿਹੜੀਆਂ ਗਰਮ ਪੱਟੀਆਂ ਆਪਾਂ ਬੰਨ੍ਹਦੇ ਹੁੰਦੇ ਆ ਨਾ, ਮੈਂ 2 ਗਰਮ ਪੱਟੀਆਂ ਲਿਆ ਤੇ ਇੱਕ ਵੱਡੀ ਚੌੜੀ ਸੀਗੀ, 2 ਤਾਂ ਉਹਦੇ ਸੈੱਟ ਆ ਗਈਆਂ, ਜਿਹੜੀ ਚੌੜੀ ਸੀ ਉਹ ਸੈੱਟ ਨਹੀਂ ਆਈ। ਮੈਂ ਕਿਹਾ ਚੱਲ ਆ ਬਾਹਰ ਥਰੋ ਕਰ ਦਿੰਦੇ ਆ, ਮੈਨੂੰ ਕਹਿੰਦੀ ਸਾਂਭ ਕੇ ਰੱਖ ਲੈ। ਮੈਂ ਕਿਹਾ ਵੀ ਕੀ ਲੋੜ ਹੈ? ਜਿਹੜਾ ਉੱਥੇ ਬੰਦਾ ਸੱਟ ਤੇ ਬੰਨ ਰਿਹਾ ਸੀ ਉਹ ਕਹਿੰਦਾ ਜੀ ਇਹ ਤਾਂ ਜੀ ਪੱਟ ਟੁੱਟੇ ਤੇ ਕੰਮ ਆਉਂਦੀ ਹੈ। ਮੈਨੂੰ ਕਹਿੰਦੇ ਸਾਂਭ ਕੇ ਰੱਖ ਲੈ, ਕਈ ਵਾਰ ਕਹਿੰਦੀ ਪੱਟ ਪੁੱਟ ਵੀ ਟੁੱਟ ਜਾਂਦਾ ਬੰਦੇ ਦਾ। ਚਿੱਟ ਵੈ ਵੀ ਤੂੰ ਇੱਕ ਪੱਟੀ ਪਿੱਛੇ ਪੱਟ ਤੜਾਉਣ ਨੂੰ ਵੀ ਫਿਰਦੀ ਹੈ। ਇਹ ਸੱਚਾਈ ਹੈ, ਇਹ ਬਿਲਕੁਲ ਰਿਐਲਿਟੀ ਹੈ। ਮੈਨੂੰ ਕਹਿੰਦੀ ਮੈਂ ਨਾ ਇੰਨੇ ਟਾਈਮ ਦੀਆਂ ਪੱਟੀਆਂ ਸਾਂਭੀ ਫਿਰਦੀ ਤੇ ਉਦੋਂ ਤੱਕ ਕਿਸੇ ਦੇ ਕੁਛ ਨਹੀਂ ਹੋਇਆ। ਕਹਿੰਦੀ ਮੈਂ ਡੀਕਦੀ ਸੀ ਵੀ ਕਦੋਂ ਮੈਂ ਵਰਤਾਂ। ਕਹਿੰਦੀ ਜਦੋਂ ਉਹ ਡੀਕਤੀਆਂ ਉਹਦੀ ਲੋੜ ਪੈ ਗਈ। ਮੈਂ ਕਿਹਾ ਸ਼ਾਬਾਸ਼ ਏ ਮੇਰੀ ਮਾਏ। ਤਾਂ ਕਨਕਲੂਜਨ ਕੀ ਕਹਿੰਦਾ ਡੀਅਰ ਵਨ ਕਿ ਇਹਦੇ ਨਾਲ ਕੀ ਹੋਊਗਾ? ਆਊਟਫਿਟ ਨਾਲ ਨॉन ਇਕਨੋਮਿਕਲ ਐਂਡ ਇਟ ਪੁੱਟਸ ਐਕਸਟਰਾ ਬਰਡਨ ਔਨ ਪੀਪਲਸ ਪੋਕਟ। ਨੰਬਰ 1 ਤੇ ਕੀ ਹੋਊਗਾ? ਪੀਪਲ ਦੀ ਪੋਕਟ ਤੇ ਐਕਸਟਰਾ ਬਰਡਨ ਹੋਊਗਾ। ਮੋਰ ਓਵਰ ਕਲਚਰ ਆਫ ਦਾ ਕੰਟਰੀ ਕੈਨ ਆਲਸੋ ਬੀ ਹਾਰਮਡ। ਦੋਨੇ ਗੱਲਾਂ ਦੱਸਦੀਆਂ ਵੀ ਇੱਕ ਤਾਂ ਪੋਕਟ ਦੇ ਵੀ ਪੈ ਰਿਹਾ ਤੇ ਦੂਜਾ ਕਿਸੇ ਕਲਚਰ ਹੈ ਨਾ ਜਿਹੜਾ ਆਪਣੇ ਕੰਟਰੀ ਦਾ ਉਹ ਵੀ ਹਾਰਮਡ ਹੋਊਗਾ, ਉਹ ਵੀ ਬਹੁਤ ਔਖਾ ਹੈਗਾ। ਇੰਟਰੋਡਕਸ਼ਨ ਬੋਡੀ 1 ਬੋਡੀ 2 ਤੇ ਕਨਕਲੂਜਨ ਇੰਨਾ ਹੀ ਰਾਈਟਿੰਗ ਦੇ ਵਿੱਚ ਨਹੀਂ। ਇਸ ਤੋਂ ਬਾਅਦ ਸ਼ਾਇਦ ਰਮਨ ਸ਼ਰਮਾ ਬੇਹੋਸ਼ ਹੋ ਜਾਣ ਇੰਨਾ ਬੋਲ ਕੇ। ਤਾਂ ਮੈਨੂੰ ਦਿਓ 2-3 ਮਿੰਟ ਦਾ ਬ੍ਰੇਕ, ਤੁਸੀਂ ਖਾਓ ਪੀਓ ਐਸ਼ ਕਰੋ, ਆਪਾਂ 2-3 ਮਿੰਟ ਬਾਅਦ ਮਿਲਦੇ ਹਾਂ। ਕਰੋ ਚੱਲ।